ਕਿਉਂਕਿ ਨਾ ਫਿਰ ਬੱਚੇ ਹੁਣ ਕਾਫੀ ਇੰਪੇਸ਼ੈਂਟ ਹੋ ਗਏ ਹੈਗੇ ਤੇ ਮੈਨੂੰ ਆਦੇਸ਼ ਹੋਇਆ ਕਿ ਮੈਂ ਸਾਰੇ ਬਾਕੀ ਆਪਣੇ ਪਤਵੰਤਿਆਂ ਤੋਂ ਮਾਫੀ ਮੰਗਣਾ ਹੈਗਾ ਕਿਉਂਕਿ ਬੱਚੇ ਅਗਰ ਚਲੇ ਗਏ ਤੇ ਪਰਪਸ ਵਿਲ ਗੈਟ ਡਿਫੀਟਡ। ਮੇਰੇ ਕੋਲ ਲਿਸਟ ਬਹੁਤ ਹਾਲੇ ਵੀ 15 ਵਕਤਾ ਹੈਗੇ। ਹੁਣ ਲੈਟ ਅਸ ਕਮ ਟੂ ਦੀ ਪੁਆਇੰਟ। ਮੈਂ ਬੱਚਿਆਂ ਨੂੰ ਕਹਾਂਗਾ ਕਿ ਸਟੇਜ ਸੰਭਾਲੋ, ਲੈਟ them ਕਮ। ਉੱਥੋਂ ਕੁਐਸਚਨ ਕਰਨਾ ਉੱਥੋਂ ਕਰੋ, ਇੱਥੇ ਆ ਕੇ ਕੁਐਸਚਨ ਕਰਨਾ ਇੱਥੇ ਕਰੋ। ਔਰ ਅਸੀਂ ਬਿਲਕੁਲ ਹਾਊਸ ਇਜ਼ ਓਪਨ ਟੂ ਆਪਣੀਆਂ ਬੱਚੀਆਂ ਔਰ ਬੱਚੇ ਕੀ ਚਾਹੁੰਦੇ ਹਨ, ਬੱਚਿਆਂ ਨੂੰ ਕੀ ਮੁਸ਼ਕਲ ਹੈਗੀ ਹੈ, ਬੱਚਿਆਂ ਦੇ ਵਿੱਚ ਰੁਕਾਵਟਾਂ ਕਿੱਥੇ ਹੋ ਰਹੀਆਂ ਹੈਗੀਆਂ। ਪੈਸੇ ਦੇ ਕਾਰਨ ਹੋ ਰਹੀਆਂ, ਨੌਲੇਜ ਦੇ ਕਾਰਨ ਹੋ ਰਹੀਆਂ, ਇਨੋਸੈਂਸੀ ਦੇ ਕਾਰਨ ਹੋ ਰਹੀਆਂ, ਡਾਇਰੈਕਸ਼ਨਲੈਸ ਹੈਗੇ, ਕੀ ਪ੍ਰੋਬਲਮਸ ਹੈਗੀਆਂ। ਉਹਨਾਂ ਵਿੱਚ ਪਲੀਜ਼ ਆਓ ਔਰ ਸਾਂਝ ਕਰੋ। ਔਰ ਮੈਂ ਡਾਕਟਰ ਸਰਬਜੋਤ ਜੀ ਨੂੰ ਬੇਨਤੀ ਕਰਾਂਗਾ, ਆਓ ਆਨਸਰ ਦੇਣਾ। ਤੁਸੀਂ ਜਿਹੜੇ ਸਾਡੇ ਮਤਲਬ ਉਹ ਕਹਿੰਦੇ ਨਾ ਕਿ ਯੂ ਆਰ 101 ਸੈਂਚੁਰੀ ਅਹੈਡ ਆਫ ਅਸ ਹੈ, ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਿਲ ਪਲੇ ਵੈਰੀ ਵਾਈਟਲ ਰੋਲ। ਤੇ ਤੁਸੀਂ ਹੁਣ ਕੇਡੀ ਸਿੰਘ ਜੀ ਤੁਸੀਂ ਵੀ ਆ ਜਾਓ। ਹਾਂ ਤੇ ਹਾਂ ਪਲੀਜ਼ ਸਰ ਆਓ। ਹਾਂਜੀ ਬੱਚੇ ਕੁਐਸਚਨਸ ਪਲੀਜ਼ ਬੋਲੋ। ਬੱਚੇ ਇੱਥੋਂ ਸਾਡੀਆਂ ਬੱਚੀਆਂ ਪਿਆਰੀਆਂ ਬੋਲੋ, ਕਿਸੇ ਨੂੰ ਕੀ ਪ੍ਰੋਬਲਮ ਹੈਗੀ ਹੈ। ਔਰ ਵੱਡੇ ਵੀ ਜਿਹੜੀਆਂ ਲੇਡੀਜ਼ ਹੈਗੀਆਂ ਨਾ, ਉਹਨਾਂ ਨੂੰ ਵੀ ਬਿਲਕੁਲ ਓਪਨ ਹੋ ਕੇ ਸਾਰੇ ਗੱਲ ਕਰੋ। ਮਾਈਕ ਲੈ ਲਓ। ਹਾਂਜੀ ਬੱਚੇ ਹਾਂ ਪਲੀਜ਼। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਤਰਨਜੀਤ ਕੌਰ ਹੈ ਅਤੇ ਮੈਂ BSc ਬੋਟਨੀ ਕਰ ਰਹੀ ਹਾਂ। ਅਤੇ ਮੈਂ ਕੁਐਸਚਨ ਪੁੱਛਣਾ ਚਾਹੁੰਦੀ ਸੀ ਕਿ ਅੱਗੇ MSc ਵਗੈਰਾ ਦੀ ਮਤਲਬ ਕਿ ਮਤਲਬ ਹਾਂਜੀ ਅਤੇ ਕਿੱਦਾਂ ਮਤਲਬ ਕਰੀਏ ਅੱਗੇ। बेटा कैरियर हमेशा ऊंचा होता है जो तो तुसी वाइड सोचो। अगर तुसी एक पौधे ते सोचते हो तो कैरियर हमेशा छोटा होता है। तुसी हुण पूरे जंगल का सोचो, वो बॉटनी नाल किहो जी लाइफ का रिलेशन हैगा, कहदा को एग्जिस्टेंस हैगा, उहदे च की व्यवस्था हैगी, तुसी ऐ सोचो। बाकी तो वाहेगुरु का काम हैगा, बेस्ट होना ही हैगा, मैनूं मालूम हैगा। ते MSc वास्ते तुसी की पुछना चाह रहे हो कि की करना चाह रहे हो? बॉटनी च करना चाह रहे हो, बट ਤੁਹਾਡੀ ਕੀ ਮੈਂਟਰਸ਼ਿਪ ਦੀ ਜ਼ਰੂਰਤ ਹੈਗੀ? ਮੈਂਟਰਸ਼ਿਪ ਦੀ ਜ਼ਰੂਰਤ ਹੈਗੀ। ਹਾਂਜੀ ਤੇ ਤੁਸੀਂ ਸਾਡੇ ਨਾਲ ਕਨੈਕਟ ਕਰੋ, ਅਸੀਂ ਤੁਹਾਨੂੰ ਬਾਕੀ ਜਿਹੜੇ PhDs ਕਰਨ ਨੇ ਬਾਹਰ, ਉਹਨਾਂ ਦੇ ਨਾਲ ਮੈਂਟਰਸ਼ਿਪ ਦਿਲਾਵਾਂਗੇ। ਹਾਂਜੀ ਹਾਂਜੀ ਹੋਰ ਬੱਚੇ जी मेरा नाम दीपेंद्र सिंह है, मैं खालसा कॉलेज का विद्यार्थी हाँ 3rd ईयर का। एक प्रॉब्लम है जी मेरे वर्गे बच्चे फेस करते हैं। मैं लिटरेचर का स्टूडेंट हाँ तो मेरी स्किल भी काफ़ी वो इंप्रूवड है, तो मेरे नाल दे जिहड़े साथी ने वो भी मेरे नाल पढ़ रहे हैं। द इशू इज़ कि साडे ना उम्र हो चुकी है कि असीं अपनी फैमिली नूं सपोर्ट करिए, बट साडा विजन है कि असीं होर पढ़ना चाहुंदे हैं। तो ਉਹਦੇ ਲਈ ਸਾਨੂੰ ਜਿਵੇਂ ਰੈਗੂਲਰ ਕਾਲਜਸ ਵਗੈਰਾ 'ਚ ਜਾਣ ਦੀ ਬੜੀ ਉਹ ਹੈਗੀ ਹੈ, ਤੇ ਸਾਡਾ ਜੌਬ ਤੇ ਕਾਲਜ ਇਹ ਮੇਨਟੇਨ ਨਹੀਂ ਹੋ ਪਾ ਰਿਹਾ। ਜੇ ਜੌਬ ਮਿਲਦੀ ਵੀ ਹੈ ਤਾਂ ਉਹਦੀ ਸੈਲਰੀ ਇੰਨੀ ਨਹੀਂ ਹੈ ਕਿ ਅਸੀਂ ਆਪਣਾ ਖਰਚਾ ਕੱਢ ਲਈਏ। ਤੇ ਸਾਡੇ ਕੋਲ ਇੱਕ ਲਾਸਟ ਆਪਸ਼ਨ ਇਹ ਬਚਦਾ ਹੈ ਕਿ ਅਸੀਂ ਡ੍ਰੌਪ ਆਊਟ, ਜਿਵੇਂ ਸਾਲ ਡ੍ਰੌਪ ਕਰਕੇ ਆਪਣੀ ਜੌਬ ਵੱਲ ਧਿਆਨ ਦਈਏ ਤੇ ਉਸ ਤੋਂ ਬਾਅਦ ਆਪਣੀ ਪੜ੍ਹਾਈ ਕੰਟੀਨਿਊ ਕਰੀਏ, ਜਾਂ ਫਿਰ ਪੜ੍ਹਾਈ ਨੂੰ ਰਹਿਣ ਹੀ ਦਈਏ। ਤੇ ਮਤਲਬ ਇਹ ਥੋੜਾ ਇਸ਼ੂ ਸਾਡੇ ਨਾਲ ਰਹਿੰਦਾ ਆ। आंसर तो मैं बढ़िया दे सकता है भाई। मैनू टीचर चाहिए है, हज़ारों लाखों टीचर चाहिए है थोड़े वर्गे जो पैशनेट है कि पढ़ो भी और पढ़ाओ भी। हुण ना होल वर्ल्ड नू, पूरे संसार नू ना भारतीय दर्शन के टीचर चाहिए है, क्योंकि तुसी लिटरेचर दे है और मैं टीचिंग वास्ते ट्रेन कर सकता है। तुसी जॉब वास्ते आओ, दुनिया नू ट्रेंड करो। मैं 1000 स्कूल इस्टैबलिश कर रहा है। ਐਂਡ ਸਰ ਵਨ ਮੋਰ ਥਿੰਗ, ਜੇ ਸਕੂਲ ਟੀਚਿੰਗ ਜੋ ਪ੍ਰੋਫੈਸ਼ਨਸ ਹੁੰਦੇ ਨੇ ਇਹਨਾਂ ਦੀ ਟਾਈਮਿੰਗ ਮਾਰਨਿੰਗ ਦੀ ਹੁੰਦੀ ਹੈ, ਬਟ ਜਿਵੇਂ ਸਾਡੇ ਕਾਲਜ ਵੀ ਮਾਰਨਿੰਗ ਟੂ ਈਵਨਿੰਗ ਤੱਕ ਚੱਲਦੇ ਨੇ। ਕੋਰਸਪੋਂਡੈਂਸ ਵੀ ਹੁੰਦੇ, ਮੈंने ਇਹ ਸੁਣਿਆ ਹੈਗਾ ਮੈਂ ਜੀ। ਪਰ ਸਾਡਾ ਜਿਵੇਂ ਕਾਲਜ ਜਿਹੜੀ ਲਿਟਰੇਚਰ ਪੜ੍ਹਾਈ ਅਸੀਂ ਕਰਨਾ ਚਾਹੁੰਦੇ ਹਾਂ ਉਹ ਰੈਗੂਲਰ ਹੀ ਅਵੇਲੇਬਲ ਹੈ। देखो कंप्रोमाइज़ तो कुछ ना कुछ तो करना पड़ेगा। पेरेंट्स ने भी हेल्प कर दो, ए भी कर दो। या तो डोनेशन होनी है कि गल यही है कि और या फिर तुसी पार्टिसिपेट करो। जी जी ਨਹੀਂ ਤੁਸੀਂ ਨਾ ਬਿਲਕੁਲ ਸਪੈਸੀਫਿਕਲੀ ਦੱਸੋ ਕੀ ਫਾਈਨੈਂਸ਼ੀਅਲ ਹੈਲਪ ਚਾਹੀਦੀ ਹੈ।
ਆਪਣੇ ਪ੍ਰਤਾਪ ਸਿੰਘ ਜੀ ਨੂੰ ਜਾਂ ਹੋਰ ਮੈਨੇਜਮੈਂਟ ਨੂੰ, ਪ੍ਰਧਾਨ ਜੀ ਨੂੰ, ਵੀ ਵਿਲ ਸੀ ਦੈਟ ਹਾਊ ਇਟ ਇਜ਼ ਐਡਜਸਟਡ, ਤੁਹਾਡਾ ਕੈਰੀਅਰ ਵਧੀਆ ਬਣੇ, ਪ੍ਰਫੁੱਲਤ ਬਣੇ। ਵੀ ਆਰ ਵਿਦ ਯੋਰ, ਸਾਡਾ ਓਬਜੈਕਟਿਵ ਇਹ ਹੈਗਾ ਕਿ ਤੁਹਾਨੂੰ ਕਿਸੇ ਫਾਈਨੈਂਸ ਦੀ ਲੋੜ ਹੋਵੇ, ਤੁਹਾਨੂੰ ਇੰਟੈਲੈਕਚੁਅਲ ਪ੍ਰੋਪਰਟੀ ਦੀ ਲੋੜ ਹੋਵੇ, ਤੁਹਾਨੂੰ ਡਾਇਰੈਕਸ਼ਨ ਦੀ ਲੋੜ ਹੋਵੇ, ਅਸੀਂ ਇੱਥੇ ਹਾਜ਼ਰ ਹੈਗੇ ਹਾਂ। ਪਲੀਜ਼ ਲੈਟ ਅਸ ਨੋ। ਸਾਰੀ ਅਸੀਂ ਇੱਥੇ ਨਾ ਫਾਰਮ ਵੰਡੇ ਹੈਗੇ, ਉਹਦੇ ਵਿੱਚ ਤੁਸੀਂ ਸਪੈਸੀਫਿਕਲੀ ਲਿਖ ਲਓ ਕਿ ਭਾਈ ਮੈਨੂੰ ਇਤਨੀ ਹੈਲਪ ਚਾਹੀਦੀ ਹੈਗੀ, ਇੰਨੀ ਮੇਰੀ ਫੀਸ ਹੈਗੀ ਹੈ, ਇੰਨਾ ਇਹ ਚੀਜ਼ ਹੈਗੀ, ਵੀ ਵਿਲ ਡੈਫੀਨਿਟਲੀ ਲੁੱਕ ਇਨਟੂ ਇਟ। ਹਾਂਜੀ, ਹੋਰ ਬੱਚੇ ਪਲੀਜ਼। ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਾਜਸਥਾਨ ਤੋਂ ਆਇਆ ਹਾਂ। ਮੈਂ ਆਪਣੀ ਪੜ੍ਹਾਈ ਬੀਕਾਮ ਕਲੀਅਰ ਕਰ ਚੁੱਕਾ ਹਾਂ, ਪਰ ਮੈਨੂੰ ਇੱਧਰ ਦਿੱਲੀ ਆ ਕੇ ਕੋਈ ਜੋਬ ਨਹੀਂ ਮਿਲੀ ਭਾਜੀ। ਇਹ ਪਰਪਸ ਹੈਗਾ ਵੀ ਇਹ ਹੁਣ ਬਿਕੋਜ਼ ਜਿਹੜੀ ਚੀਜ਼ਾਂ ਤੁਹਾਡੇ ਕੋਲ ਪ੍ਰੋਬਲਮਸ ਹੈਗੀਆਂ, ਅਸੀਂ ਇਹ ਵੱਡਾ ਪਲੇਟਫਾਰਮ ਹੈ, ਦੈਨ ਵੀ ਵਿਲ ਹੈਵ ਸਮਾਲ ਸੈਗਮੈਂਟਡ ਕਾਉਂਸਲਿੰਗ ਪ੍ਰੋਗਰਾਮਸ ਇਹਨਾਂ ਵਾਸਤੇ ਹੀ ਕਿ ਅਸੀਂ ਬੀਕਾਮ ਕਰ ਲੈਂਦੇ ਹਾਂ, ਦੂਸਰੀ ਚੀਜ਼ ਕਰ ਲੈਂਦੇ ਹਾਂ। ਜੌਬ ਅੱਜ ਕੱਲ੍ਹ ਬੜੀ ਸਪੈਸੀਫਿਕ ਹੈ। ਬੀਕਾਮ ਦੇ ਵਿੱਚ ਕਿਸ ਟਾਈਪ ਦੀ ਜੌਬ ਕਰਨਾ ਚਾਹੁੰਦੇ ਹੋ, ਉਹਦੀ ਸਪੈਸ਼ਲਾਈਜ਼ ਤੁਹਾਨੂੰ ਜ਼ਰੂਰ ਡਾਇਰੈਕਸ਼ਨ ਚਾਹੀਦੀ ਹੈਗੀ ਹੈ। ਉਸ ਵਾਸਤੇ ਸਾਡੇ ਜਿਹੜੇ ਐਕਸਪਰਟਸ ਹੈਗੇ ਉਹ ਤੁਹਾਨੂੰ ਗਾਈਡ ਕਰਨਗੇ। ਤੁਸੀਂ ਫਾਰਮ ਭਰੋ, ਸਾਨੂੰ ਦੱਸੋ, ਅਸੀਂ ਕਿਸੇ ਵੇਲੇ ਦੇਖੋ ਉਹ ਜਿਹੜਾ ਵੱਡਾ ਪ੍ਰੋਜੈਕਟ ਹੈ ਉਹ ਵੱਡਾ ਅਲੱਗ ਹੈ। ਇਹ ਛੋਟੀਆਂ ਚੀਜ਼ਾਂ ਅਸੀਂ ਬੈਠ ਕੇ ਸੈਗਮੈਂਟਡ ਤਰੀਕੇ ਦੇ ਨਾਲ ਅਲੱਗ ਬੈਠ ਕੇ ਤੁਹਾਨੂੰ ਗਾਈਡੈਂਸ ਕਰਾਂਗੇ ਔਰ ਇਸ ਚੀਜ਼ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਕਿ ਤੁਹਾਡੇ ਜੌਬ ਦੇ ਵਿੱਚ ਕਿਹੜੀ ਐਡ ਆਨ ਹੋ ਜਾਏ ਚੀਜ਼ ਕਿ ਤੁਹਾਨੂੰ ਕੁਆਲੀਫਿਕੇਸ਼ਨ ਦੇ ਨਾਲ ਜੌਬ ਇੱਕਦਮ ਮਿਲ ਜਾਏ। ਦੈਟ ਇਜ਼ ਵਾਈ ਅਸੀਂ ਸਭ ਤੋਂ ਪਹਿਲੇ ਚਾਲੂ ਕੀਤਾ ਸੀ ਕਿ ਇਟ ਇਜ਼ ਓਨਲੀ ਜੌਬ ਬੇਸਡ ਐਜੂਕੇਸ਼ਨ। ਉਹ ਕਿਸ ਤਰ੍ਹਾਂ ਕਰਨੀ ਹੈਗੀ, ਅਸੀਂ BA ਕਰ ਲੈਂਦੇ ਹਾਂ, BCom ਕਰ ਲੈਂਦੇ, 12ਵੀਂ ਕੀਤੀ, BCom ਕੀਤੀ, ਮੇਰੇ 12 ਸਾਲ ਫਿਰ ਉਸ ਤੋਂ ਬਾਅਦ 3 ਸਾਲ ਲੱਗ ਗਏ, 15 ਸਾਲ एजुकेशन, 6 साल वैसे, 15 और 6 21 22 साल तक आई एम इनकम्प्लीट, मुझे जॉब नहीं मिल रही। सो वी नीड टू सी जॉब किस तरह मिल रही है, उस वास्ते असी अलग तुहाडे नाल पूरी डिटेल करांगे। प्लीज़ फिल अप योर फॉर्म, असी उन्होंने एनालाइज करांगे, फिर असी शिफ्टिंग कर लांगे, ठीक है। फिर असी उहदे नाल बहुत डिटेल जावांगे, तुहाडी सारी समस्या हल हो जाएगी। और प्लीज़। वाहेगुरु जी का खालसा, वाहेगुरु जी की फतेह। Here this side Amandeep. So sir, I would like to ask that I am pursuing 11th class. Like right now I am giving my 11th class examinations. So I would say that now students like me are confused that what we have to do. I am from art stream and now I guess I have chosen that I will be pursuing digital marketing. But then I am not that much knowledgeable to know that what exactly it is, what is digital marketing, or I can say that I am interested in IT sector. So I want to know that how should I be improving my vision, that what is it and how should I be digging into that matter so that I can grow up. ਅਸੀਂ ਕੀ ਕਰਦੇ ਹਾਂ ਜੀ, ਤੁਹਾਡਾ ਜਿਹੜਾ ਕੁਐਸਚਨ ਹੈਗਾ ਬਹੁਤ ਹੀ ਨੈਚੁਰਲ ਕੁਐਸਚਨ ਹੈਗਾ ਔਰ ਬਹੁਤ ਸੁਭਾਵਿਕ ਕੁਐਸਚਨ ਹੈਗਾ ਕਿ ਬੱਚੇ ਜਿਹੜੇ ਹੁੰਦੇ ਆ 8th ਕਲਾਸ 9th ਕਲਾਸ ਤੱਕ ਤੇ ਠੀਕ ਹੈਗੇ ਆ, ਜਦੋਂ 10th ਵਿੱਚ ਉਹਨਾਂ ਨੂੰ ਸਟਰੀਮਸ ਲੈਣੀਆਂ ਹੁੰਦੀਆਂ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਬਈ ਕਿਹੜੀ ਸਟਰੀਮ ਲੈਣੀ ਚਾਹੀਦੀ ਹੈ। ਤੇ ਜੇ ਬੱਚਿਆਂ ਦੇ ਨੰਬਰ ਅੱਛੇ ਹੁੰਦੇ ਆ ਤਾਂ ਮਾਪਿਓ ਕਹਿੰਦੇ ਬਈ ਸਾਇੰਸ ਲੈ ਲੈ, ਜੇ ਥੋੜ੍ਹਿਆਂ ਨੂੰ ਪਤਾ ਹੁੰਦਾ ਕਹਿੰਦੇ ਕਿ ਬਈ ਚਲੋ CA ਹੈਗਾ ਤਾਂ CA ਅੱਛਾ ਹੈਗਾ ਕੋਰਸ, CA ਲੈ ਲੈ। ਇਹ 3-4 ਕੋਰਸਿਸ ਹੈਗੇ ਆ ਜਿਹਦੇ 'ਚ ਮੈਕਸਿਮਮ ਲੋਕੀ ਨਾ ਪਾ ਦਿੰਦੇ ਆ ਬੱਚਿਆਂ ਨੂੰ, ਜਦਕਿ ਬੱਚਿਆਂ ਦਾ ਆਪਣਾ ਪੈਸ਼ਨ ਕਿਹਦੇ ਵਿੱਚ ਹੈਗਾ ਹੈ, ਬੱਚਿਆਂ ਦੀ ਆਪਣੀ ਪਰਸਨੈਲਿਟੀ ਦਾ ਸਟਰੈਂਥ ਔਰ ਵੀਕਨੈਸਿਸ ਕਿਹੜੀਆਂ ਹੈਗੀਆਂ ਨੇ। ਇਹ ਵੀਰ ਜੀ ਨੇ ਉਸ ਟਾਈਮ ਗੱਲ ਕੀਤੀ ਸੀ ਕਿ ਸਾਨੂੰ ਆਪਣੀ ਸਟਰੈਂਥ ਔਰ ਵੀਕਨੈਸ ਦੇ ਹਿਸਾਬ ਨਾਲ ਕਰੀਅਰ ਚੂਜ਼ ਕਰਨਾ ਚਾਹੀਦਾ ਅਤੇ ਉਹ ਕਿਸ ਤਰ੍ਹਾਂ ਹੁਣ ਚੂਜ਼ ਹੋਏਗਾ, ਹੁਣ ਆਪਾਂ ਜਾਂ ਤਾਂ ਬੈਠ ਕੇ ਲਿਖੀਏ ਕਿ ਬਈ ਮੈਨੂੰ ਕਿਹੜੀ ਚੀਜ਼ਾਂ ਚੰਗੀਆਂ ਲੱਗਦੀਆਂ, ਪਰ ਇਸ ਲੈਵਲ 'ਤੇ ਇਸ ਉਮਰ ਵਿੱਚ ਇਹ ਚੀਜ਼ ਪਤਾ ਨਹੀਂ ਲੱਗ ਸਕਦੀ। ਅਸੀਂ ਕੀ ਕੀਤਾ ਹੈ, ਇਸ ਗੱਲ ਨੂੰ ਬੜੇ ਹੀ ਸਾਇੰਟੀਫਿਕ ਤਰੀਕੇ ਦੇ ਨਾਲ ਇਹਨੂੰ ਅਸੀਂ ਅਪਰੋਚ ਕੀਤਾ ਹੈ, ਕਿਉਂਕਿ ਬਾਹਰ ਦੇ ਦੇਸ਼ਾਂ ਦੇ ਵਿੱਚ ਇਹ ਸਭ ਚੀਜ਼ਾਂ ਚੱਲਦੀਆਂ ਨੇ, ਠੀਕ ਹੈ। ਸਾਈਕੋਮੈਟ੍ਰਿਕ ਐਨਾਲਿਸਿਸ ਹੁੰਦੀ ਹੈ ਬੱਚੇ ਦੀ, ਹਰ ਬੰਦੇ ਦੀ। ਅਸੀਂ ਬੱਚਿਆਂ ਦੀ ਸਾਈਕੋਮੈਟ੍ਰਿਕ ਐਨਾਲਿਸਿਸ ਕਰਕੇ ਉਹਨਾਂ ਦੇ ਪੈਸ਼ਨ ਔਰ ਉਹਨਾਂ ਦੀ ਪਰਸਨੈਲਿਟੀ ਨੂੰ ਇਵੈਲੂਏਟ ਕਰ ਲੈਂਦੇ ਹਾਂ, ਔਨਲਾਈਨ ਕਰਦੇ ਹਾਂ। 20 ਮਿੰਟਾਂ ਦਾ ਇੱਕ ਕੁਐਸਚਨੇਅਰ ਹੁੰਦਾ ਹੈ ਜਿਹਦੇ 'ਚੋਂ ਤੁਸੀਂ ਭਰੋਗੇ ਤੁਹਾਨੂੰ ਪਤਾ ਲੱਗ ਜਾਏਗਾ ਵੱਡੇ ਛੋਟੇ ਸਾਰਿਆਂ ਨੂੰ ਕਿ ਉਹਨਾਂ ਦੇ ਟੌਪ ਪੈਸ਼ਨ ਏਰੀਆਜ਼ ਕਿਹੜੇ ਨੇ, ਕਿਉਂਕਿ ਇਹ ਚੀਜ਼ ਜਦ ਤੱਕ ਪਤਾ ਨਹੀਂ ਲੱਗੇਗੀ ਸਾਨੂੰ ਸਾਡੀ ਸਟਰੈਂਥ ਕਿਹੜੀ ਚੀਜ਼ ਵਿੱਚ ਹੈਗੀ ਹੈ, ਅਸੀਂ ਉਸ ਚੀਜ਼ ਵਿੱਚ ਆਪਣਾ ਕਰੀਅਰ ਬਣਾਈਏ। ਅੱਜ ਕੱਲ੍ਹ ਕਰੀਅਰ ਹਰ ਚੀਜ਼ ਵਿੱਚ ਬਹੁਤ ਹੀ ਉੱਪਰ ਤੁਸੀਂ ਜਾ ਸਕਦੇ ਹੋ, ਪਰ
ਸ਼ਰਤ ਹੈਗੀ ਹੈ ਤੁਸੀਂ ਠੀਕ ਕਰੀਅਰ ਦੇ ਵਿੱਚ ਹੈਗੇ ਹੋ ਜਾਂ ਨਹੀਂ ਹੈਗੇ, ਇਹਦੇ ਵਿੱਚ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਤੁਸੀਂ ਬਾਅਦ ਹੀ ਸਾਡੇ ਨਾਲ ਵਿਚਰ ਲੈਣਾ, ਅਸੀਂ ਤੁਹਾਨੂੰ ਦੱਸ ਦਾਂਗੇ। ਥੈਂਕ ਯੂ ਸੋ ਮਚ ਸਰ। ਮੇਰੀ ਭੈਣ ਬਸ ਇੰਨਾ ਯਾਦ ਰੱਖੋ ਕਿ ਸਕੋਪ ਹਰ ਕਰੀਅਰ 'ਚ ਹੁੰਦਾ ਹੈ। ਸਕੋਪ ਕਰੀਅਰ 'ਚ ਨਹੀਂ ਹੁੰਦਾ, ਸਕੋਪ ਤੁਹਾਡੇ 'ਚ ਹੁੰਦਾ ਹੈ। ਤੁਸੀਂ ਆਪਣਾ ਸਕੋਪ ਆਪਣੇ ਪੈਸ਼ਨ ਦੇ ਹਿਸਾਬ ਨਾਲ ਬਣਾਉਣਾ ਹੈ। ਜਿਹੜਾ ਵੀ ਚੁਣੋਗੇ ਉਹਦੇ ਵਿੱਚ ਟੌਪ ਹੀ ਕਰੋਗੇ, ਜੇ ਪੈਸ਼ਨ ਦੇ ਹਿਸਾਬ ਨਾਲ। ਵੀਰ ਜੀ ਉਹਦੇ ਲਈ ਵਿੱਚ ਤੁਹਾਡੀ ਹੈਲਪ ਕਰਨਗੇ। ਹਾਂਜੀ ਭੈਣੇ, ਤੁਹਾਡਾ ਕੁਐਸਚਨ। ਮੇਰਾ ਨਾਮ ਹਰਲੀਨ ਕੌਰ ਹੈ, ਮੈਂ ਇੰਜੀਨੀਅਰਿੰਗ ਦੀ ਸਟੂਡੈਂਟ ਹਾਂ, CSE ਡਿਪਾਰਟਮੈਂਟ। ਐਕਚੁਅਲੀ ਹੁਣ ਜਿੱਦਾਂ ਮੈਂ ਫਾਈਨਲ ਈਅਰ 'ਚ ਹਾਂ, ਬਟ ਮੈਂ ਅਨੇਬਲ ਹਾਂ ਕਿ ਮੈਂ ਜੌਬ ਇੰਟਰਵਿਊਜ਼ ਨੂੰ ਕਰੈਕ ਕਰ ਪਾਵਾਂ। ਐਪਟੀਟਿਊਡ ਸੈਸ਼ਨ ਮੇਰਾ ਕਲੀਅਰ ਹੋ ਜਾਂਦਾ ਹੈ, ਬਟ ਜਦੋਂ ਟੈਕਨੀਕਲ ਜਾਂ ਇੰਟਰਵਿਊ ਦੀ ਵਾਰੀ ਆਉਂਦੀ ਹੈ, ਉਸ ਵੇਲੇ ਮੈਂ ਕਰੈਕ ਨਹੀਂ ਕਰ ਪਾਉਂਦੀ। ਤੇ ਆਈ ਵਾਂਟ ਕਿ ਸਕਿੱਲ ਡਿਵੈਲਪਮੈਂਟ ਜੋ ਉਸ ਬੇਸਿਸ ਤੇ ਸਾਨੂੰ ਟੀਚਰ ਸਾਨੂੰ ਦੱਸ ਸਕੇ ਕਿ ਸਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ। 11 12 ਤੇ ਜਿੱਦਾਂ ਸਰ ਨੇ ਦੱਸਿਆ, ਜਾਂ ਮੇਰੀ ਸਿਸਟਰ ਦਾ ਵੀ ਇਹੀ ਕੁਐਸਚਨ ਸੀ ਕਿ 11 12 ਦਾ ਇੱਕ ਐਸਾ ਟਾਈਮ ਹੁੰਦਾ ਹੈ ਜਿਸ ਵੇਲੇ ਬੱਚਾ ਡਿਸਾਈਡ ਨਹੀਂ ਕਰ ਪਾਉਂਦਾ ਕਿ ਉਹ ਸਟਰੀਮ ਕਿਹੜੀ ਚੂਜ਼ ਕਰੇ, ਅੱਗੇ ਕੀ ਕਰੇ, ਗ੍ਰੈਜੂਏਸ਼ਨ ਕੀ ਕਰੇ। ਫਿਰ ਉਸ ਤੋਂ ਬਾਅਦ ਗ੍ਰੈਜੂਏਸ਼ਨ ਤੋਂ ਬਾਅਦ ਜਦੋਂ ਜੌਬ ਦੀ ਵਾਰੀ ਆਉਂਦੀ ਹੈ, ਬੱਚੇ ਜੌਬ ਦੇ ਕਰਕੇ ਰਹਿ ਜਾਂਦੇ ਨੇ। ਫਿਰ ਸੋਚਦੇ ਨੇ ਚਲੋ ਅਸੀਂ ਅੱਗੇ ਮਾਸਟਰਸ ਕਰ ਲੈਂਦੇ ਹਾਂ, ਬਟ ਮਾਸਟਰਸ ਵਾਸਤੇ ਵੀ ਫਿਰ ਫਾਈਨੈਂਸ਼ੀਅਲ ਪ੍ਰੋਬਲਮ, ਇਹ ਸਾਰੀ ਪ੍ਰੋਬਲਮਸ ਹੋ ਜਾਂਦੀਆਂ ਨੇ। ਬਟ ਮੇਰਾ ਮੋਟਿਵ ਇਹ ਹੈ, ਮੇਰਾ ਕੁਐਸਚਨ ਇਹ ਹੈ ਕਿ ਸਾਨੂੰ ਇੱਕ ਪ੍ਰੋਪਰ ਗਾਈਡੈਂਸ ਮਿਲੇ, ਇੱਕ ਪ੍ਰੋਪਰ ਡਿਵੈਲਪਮੈਂਟ ਵਾਲਾ ਪਰਸਨ ਮਿਲੇ ਜੋ ਸਾਨੂੰ ਇਹ ਦੱਸ ਸਕੇ ਕਿ ਹਾਂ ਬੱਚੇ ਇਸ ਚੀਜ਼ ਨੂੰ ਇਸ ਤਰੀਕੇ ਨਾਲ ਕਰਨਾ ਚਾਹੀਦਾ ਹੈ, ਤਾਂ ਕਿ ਅਸੀਂ ਉਸ ਚੀਜ਼ ਨੂੰ ਕਰੈਕ ਕਰ ਸਕੀਏ ਅਤੇ ਜੌਬ ਵਾਸਤੇ ਅੱਗੇ ਜਾ ਸਕੀਏ। ਕਿਉਂਕਿ ਅਸੀਂ ਉਹ ਮੈਂਟਰਸ਼ਿਪ ਤੁਹਾਨੂੰ ਦੇਣਾ ਚਾਹੁੰਦੇ ਹਾਂ। ਹਾਂਜੀ ਸਰ। ਦੁੱਖ ਦੀ ਗੱਲ ਇਹ ਹੈਗੀ ਹੈ ਕਿ ਕਈ ਬੱਚੇ ਡਿਗਰੀਆਂ ਕੰਪਲੀਟ ਕਰ ਲੈਂਦੇ ਨੇ ਪਰ ਉਹਨਾਂ ਦੇ ਕੋਲ ਸਕਿੱਲਸ ਨਹੀਂ ਹੁੰਦੇ। ਇਸੀ ਵਾਸਤੇ ਜਿਸ ਤਰ੍ਹਾਂ ਅਸੀਂ 14 ਯੂਨੀਵਰਸਿਟੀਜ਼ ਹੈਗੇ ਨੇ ਪੰਜਾਬ ਵਿੱਚ ਜਿਨ੍ਹਾਂ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ, ਅਤੇ ਬੱਚਿਆਂ ਨੂੰ ਸਮਝੋ ਬੇਸਿਕ ਪ੍ਰੋਗਰਾਮਿੰਗ ਤੋਂ ਲੈ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੱਕ ਪੜ੍ਹਾਉਂਦੇ ਆ। 6 ਮਹੀਨੇ ਦਾ ਪ੍ਰੋਗਰਾਮ ਹੈ ਸਾਡਾ। ਹਾਂਜੀ। ਸੋ ਤੁਸੀਂ ਸਾਡੇ ਨਾਲ ਜੁੜੋ। ਜਿਹੜੀ ਟੈਕਨੀਕਲ ਰਾਊਂਡਸ ਹੈਗੀਆਂ ਨੇ ਨਾ, ਉਹਦੇ ਵਿੱਚ ਅਗਰ ਤੁਸੀਂ ਪ੍ਰੋਗਰਾਮਿੰਗ ਕਰਨਾ ਚਾਹ ਰਹੇ ਹੋ ਤੇ ਉਹਦੇ ਵਿੱਚ ਜਿਹੜੀ ਡੇਟਾ ਸਟਰਕਚਰਸ ਐਂਡ ਐਲਗੋਰਿਥਮਸ ਦੀ ਟ੍ਰੇਨਿੰਗ ਅਲੱਗ ਹੁੰਦੀ ਹੈ। ਤੇ ਕਈ ਕੰਪਿਊਟਰ ਸਾਇੰਸ ਡਿਪਾਰਟਮੈਂਟਸ ਹੈਗੇ ਨੇ, ਮੈਂ ਵੀ ਡਾਇਰੈਕਟਰ ਇੱਕ ਕੰਪਿਊਟਰ ਸਾਇੰਸ ਡਿਪਾਰਟਮੈਂਟ ਦਾ ਹੀ ਹੈਗਾ। ਉੱਥੇ ਪੜ੍ਹਾਇਆ ਹੀ ਨਹੀਂ ਜਾਂਦਾ ਚੰਗੀ ਤਰ੍ਹਾਂ। ਯੈਸ ਸਰ। ਉਹ ਵੈਸੇ ਵੀ ਜਿੱਦਾਂ ਹੁਣ 2 ਸਾਲ ਕੋਵਿਡ 'ਚ ਨਿਕਲ ਗਏ ਤੇ ਉਹ 3rd ਈਅਰ 'ਚ 2nd ਈਅਰ 'ਚ ਪੜਾਇਆ ਜਾਂਦਾ ਬੇਸਿਕਲੀ ਡੇਟਾ ਸਟਰਕਚਰਸ। ਉਹ ਕੋਵਿਡ ਟਾਈਮ ਪੀਰੀਅਡ 'ਚ ਨਿਕਲ ਗਿਆ ਤੇ ਉਹ ਜਿਹੜੀ ਡੇਟਾ ਸਟਰਕਚਰ ਦੀ ਸਟੱਡੀਜ਼ ਜੋ ਨੌਲੇਜ ਆਣੀ ਚਾਹੀਦੀ ਸੀ ਬੱਚਿਆਂ ਨੂੰ, ਉਹ ਨੌਲੇਜ ਉੱਥੇ ਬੱਚਿਆਂ ਤੱਕ ਪਹੁੰਚ ਹੀ ਨਹੀਂ ਪਾਈ। ਤੇ ਸਾਡੇ ਨਾਲ ਜੁੜੋ, ਅਸੀਂ ਤੁਹਾਡੀ ਪੂਰੀ ਕੋਸ਼ਿਸ਼ ਕਰਾਂਗੇ ਮਦਦ ਕਰਨ ਦੀ ਕਿ ਤੁਸੀਂ ਟੈਕਨੀਕਲ ਰਾਊਂਡਸ ਵਿੱਚ ਪਾਸ ਹੋ। ਬੋਲੇ ਸੋ ਨਿਹਾਲ।